Good morning, students. Next topic of your economic geology is lag culture. So, starting with the lag culture, basically, beta lag culture is the production of lag from the lag insect. The insect used for the production of lag is known as Laxifer leca. You can look at the scientific name. The insect which is used for the production of lac is called Lacifer leca. Its phylum is Arthropoda, class Insecta, order Hemiptera, family Laciferidia, then genus Lacifer and species Leca. So here is the classification of or taxonomic classification of insect Lacifer leca, which is used for the production of lac. बेटा ਇਹਦੇ 'ਚ ਅਸੀਂ ਕੀ ਪੜਾਂਗੇ ਲੈਕ ਕਲਚਰ ਕੀ ਆ ਲਾਕ ਤੁਸੀਂ ਸੁਣਿਆ ਨਾ ਪੰਜਾਬੀ 'ਚ ਜਿਹਨੂੰ ਲਾਕ ਕਹਿੰਦੇ ਆ ਲਾਕ ਜਿੱਦਾਂ ਤੁਸੀਂ ਦੇਖਿਆ ਨਾ ਪੋਸਟ ਆਫਿਸ ਵਾਲੇ ਜਾਂ ਕਿਸੇ ਵੀ ਇਨਵੈਲਪ ਨੂੰ ਬੰਦ ਕਰਨ ਲਈ ਅਸੀਂ ਲਾਕ ਯੂਜ਼ ਕਰੀਦੇ ਉਹਦੀਆਂ ਬੈਂਗਲਸ ਬਣਦੀਆਂ ਨੇ ਟੋਇਜ਼ ਬਣਦੇ ਨੇ ਉਹ ਪਹਿਲਾਂ ਤਾਂ ਬੇਟਾ ਇਹਨੂੰ ਜਿਹੜੀ ਇਹਦੀ ਪ੍ਰੋਡਕਸ਼ਨ ਹੈ ਇਹਨੂੰ ਅਸੀਂ ਲਾਰਜ ਸਕੇਲ 'ਤੇ ਲੈ ਕੇ ਗਏ ਇਹ ਇਟਸ ਅ ਕਾਈਂਡ ਆਫ a business or you can say a small scale industry. It's a source of income for the lower class peoples if they want to do this business. ਇਹਦੇ 'ਚ ਕੀ ਕਰਨਾ ਹੁੰਦਾ ਹੈ ਓਨਲੀ ਤੁਸੀਂ ਕੀ ਨਾ ਇੱਕ ਇਨਸੈਕਟ ਹੈ ਬੇਟਾ ਯੂ ਆਰ ਆਈ ਥਿੰਕ ਯੂ ਆਰ ਵਾਚਿੰਗ ਹੇਅਰ ਇਨ ਦਿਸ ਪਿਕਚਰ ਇਹ ਇਨਸੈਕਟ ਹੈ ਇਹ ਕੀ ਕਰਦਾ ਹੈ ਇੱਕ ਪਰਟੀਕੂਲਰ ਕਿਸੇ ਟਰੀ ਦੇ ਉੱਤੇ ਆਪਣਾ ਲਾਈਵਲੀਹੁੱਡ ਮਤਲਬ ਸਰਵਾਈਵ ਕਰਦਾ ਹੈ ਉੱਥੇ ਰਹਿੰਦਾ ਹੈ ਉਹਦੇ 'ਚ ਰਹਿ ਕੇ ਉੱਥੋਂ ਖਾਣਾ ਲੈ ਕੇ ਔਰ ਉੱਥੇ ਕੀ ਪ੍ਰੋਡਿਊਸ ਕਰਦਾ ਟਰੀ ਦੇ ਉੱਤੇ ਇੱਕ ਲਾਲ ਰੰਗ ਦਾ ਰੇਜ਼ਿਨ ਔਰ ਯੂ ਕੈਨ ਸੇ ਵਿਸਕਸ ਥੁੱਕ ਵਰਗਾ ਲਾਲ ਰੰਗ ਦਾ ਸਲਾਈਵਾ ਵਰਗਾ ਇੱਕ ਚੀਜ਼ ਸਿਕ੍ਰੀਟ ਕਰਦਾ ਜਿਹਨੂੰ ਅਸੀਂ ਲਾਕ ਕਹਿੰਦੇ ਹਾਂ ਠੀਕ ਹੈ ਉਹ ਲਾਕ ਨੂੰ ਅਸੀਂ ਬਾਅਦ 'ਚੋਂ ਕਹਿੰਦੇ ਪਿਓਰ ਫਾਰਮ ਦੇ ਵਿੱਚ ਲੈ ਕੇ ਆਉਂਦੇ ਅਸੀਂ ਪੜ੍ਹਾਂਗੇ ਅੱਗੇ ਪ੍ਰੋਸੈਸਿੰਗ ਦੇ ਥਰੂ ਉਹਨੂੰ ਅਸੀਂ ਸ਼ੈਲਾਕ ਕਹਿੰਦੇ ਹਾਂ ਸੋ ਦਿਸ ਇਜ਼ ਦੀ ਇਨਸੈਕਟ तो बेटा लाक की है लाक इज दी कैरलेट कैरलेट बेटा की होंदा मतलब लाल रंग का ठीक है दाग वाला लाल रंग का रेजिनियस मीनस विस्कस जस्ट लाइक योर सलाइवा थुक मैं प्योर पंजाबी च दसदा पिया हूँ ठीक है सिक्रीशन ऑफ द नंबर ऑफ स्पीशीज़ ऑफ लाक इंसैक्ट बेटा लाक इंसैक्ट किसी पर्टिकुलर ट्री के उत्ते रहिंदे ने रह के वो ट्री के उत्ते की करते हैं लाल रंग का थुक वर्गा एक विस्कस या फ्लूइड सिक्रीट करते हैं जिन्होंने असं की कहने लाक कहने तो बेटा किहड़े इंसैक्ट ने बेसिकली दो इंसैक्ट ने जिहड़े असीं मोस्टली है कैरिया लाका और लैकीफर लाका ये असीं इंडिया च यूज़ किया जाता है इंसैक्ट मोस्टली जिहदे तो असीं लैक जिहड़ा लैक प्रोड्यूस करता है तो जिहड़ा इंसैक्ट लैसीफर लाका है लिविंग ऑफ दी सैप ऑफ सर्टेन ट्रीज बेटा कित्थे रहिंदा है सैप हुंदा लिक्विड पार्ट जिहड़ा दरख्त दे अंदर लिक्विड प्रेजेंट हुंदा है ਉਹਦੇ ਵਿੱਚ ਰਹਿੰਦਾ ਕੁਝ ਟਰੀਜ਼ ਦੇ ਵਿੱਚ ਔਰ ਟਰੀ ਦੇ ਸੈਪ 'ਚ ਰਹਿ ਕੇ ਕੀ ਕਰਦਾ ਸਿਕਰੀਟ ਲੈਕ ਰੇਜ਼ਿਨ ਮਤਲਬ ਇੱਕ ਲਾਲ ਰੰਗ ਦਾ ਸੈਮੀ ਫਲੂਇਡ ਜਾਂ ਫਲੂਇਡ ਪ੍ਰੋਡਿਊਸ ਕਰਦਾ ਹੈ ਸੈਮੀ ਲਿਕੁਇਡ ਫਲੂਇਡ ਜਾਂ ਠੀਕ ਹੈ ਦੀ ਪ੍ਰੋਸੈਸਡ ਰੇਜ਼ਿਨ ਬੇਟਾ ਉਹ ਅਸੀਂ ਇਹਨੂੰ ਐਕਸਟਰੈਕਟ ਕਰੀਦਾ ਐਕਸਟਰੈਕਟ ਕਰਨ ਤੋਂ ਬਾਅਦ ਫਿਰ ਅਸੀਂ ਇਹਦੀ ਪ੍ਰੋਸੈਸਿੰਗ ਕਰੀਦੀ in later in the last slide I'll show you the processing steps how we processed this lac resin into a shellac so numerous industrial application beta this shellac is used for various industrial application even in food and in drug industries beta in food industries भी लाख ਨੂੰ use ਕੀਤਾ ਜਾਂਦਾ drug industries ਵੀ ਕੀਤਾ ਜਾਂਦਾ even the most common one is you people you most of the girls have seen even the bangles you are wearing ਤੁਸੀਂ ਜਿਹੜੀਆਂ ਚੂੜੀਆਂ ਪਾਉਂਦੇ ਹੋ ठीक है बॉयज़ ने भी देखा ना कुछ टॉयज़ ठीक है और द मोस्ट कॉमन जो ਤੁਹਾਡੇ ਘਰ ਕਈ ਵਾਰ ਤੁਸੀਂ ਦੇਖੋ ਨਾ ਪੋਸਟ ਆਫਿਸ ਵਾਲੇ ਇਨਵੈਲਪ ਨੂੰ ਲੌਕ ਕਰਦੇ ਨੇ ਇੰਡੀਆ ਇਜ਼ ਦਾ ਮੇਜਰ ਪ੍ਰੋਡਿਊਸਰ ਆਫ ਸ਼ੈਲੈਕ ਇੰਡੀਆ ਕੀ ਹੈ ਸਭ ਤੋਂ ਮੇਜਰ ਪ੍ਰੋਡਿਊਸਰ ਹੈ ਸ਼ੈਲੈਕ ਦਾ ਬੇਟਾ ਇਹਦੀ ਕੁਝ ਹਿਸਟਰੀ ਹੈ ਅਮੰਗ ਦੀ ਆਦੀਵਾਸੀਜ਼ ਬੇਟਾ ਜਿਹੜੀ ਆਦੀਵਾਸੀ ਸੀਗੇ ਪੁਰਾਣੇ ਉਹ ਲੈਕ ਦੀ ਰੇਰਿੰਗ ਕਿ ਲੈਕ ਕੀੜੇ ਨੂੰ ਪਾਲਦੇ ਸੀ ਕਲਟੀਵੇਸ਼ਨ ਕਰਦੇ ਸੀ ਉੱਥੋਂ ਲੈਕ ਲੈਂਦੇ ਸੀ ਇਹ ਇੱਕ ਉਹਨਾਂ ਦਾ ਆਪਣਾ ਰਿਵਾਇਤੀ ਆਕੂਪੇਸ਼ਨ ਸੀਗੀ ਉਹਨਾਂ ਦੀ ਇੱਕ ਰਿਵਾਇਤੀ ਕੰਮ ਕਰਦੇ ਸੀ ਠੀਕ ਹੈ ਤੇ ਬੇਟਾ ਉਹ ਜਿਹੜਾ ਲੈਕ ਕਲਟੀਵੇਸ਼ਨ ਇੱਕ ਬੈਸਟ ਸੀ ਬਟ ਵਿਦ ਨਿਊਮਰਸ ਰਿਸਕ ਐਂਡ ਅਨਸਰਟਨਿਟੀ
ਬੇਟਾ ਉਹ ਜਿਹੜੇ ਆਦੀਵਾਸੀ ਕਰਦੇ ਸੀ ਇਸ ਦੀ ਇਹ ਵਾਲੀ ਆਕੂਪੇਸ਼ਨ ਲੈਕ ਕਲਟੀਵੇਸ਼ਨ ਦੀ, ਬਟ ਉਹਦੇ ਵਿੱਚ ਉਹਨਾਂ ਨੂੰ ਰਿਸਕ ਬਹੁਤ ਸੀ, ਉਹਨਾਂ ਨੂੰ ਫੇਲੀਅਰ ਬੜੇ ਆਉਂਦੇ ਸੀ, ਠੀਕ ਹੈ। ਬਟ ਕਹਿੰਦੇ ਹੁਣ ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਨਾਲ ਅਸੀਂ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਨਾਲ ਅਸੀਂ ਬਰੂਡ ਲੈਕ ਮਦਰ ਇਨਸੈਕਟ, ਬਰੂਡ ਲੈਕ ਮਤਲਬ ਉਹ ਇਨਸੈਕਟ ਫੀਮੇਲ ਇਨਸੈਕਟ ਜਿਹੜਾ ਜ਼ਿਆਦਾ ਐਗ ਲੇ ਕਰੇ ਔਰ ਐਗ ਲੇ ਕਰਕੇ ਉਹਦੇ ਤੋਂ ਹੋਰ ਨੰਬਰ ਆਫ ਲਾਰਵਾਜ਼ ਆਉਣ, ਲਾਰਵਾਜ਼ ਨੂੰ ਅਸੀਂ ਨਵੇਂ ਪੌਦੇ 'ਤੇ ਲਾਈਏ ਔਰ ਜ਼ਿਆਦਾ ਤੋਂ ਜ਼ਿਆਦਾ ਲੈਕ ਪ੍ਰੋਡਿਊਸ ਕਰਨ। ਤੋ ਇਸ ਕਰਕੇ ਇਹਨਾਂ ਦੀ ਅਵੇਲੇਬਿਲਿਟੀ ਬਰੂਡ ਲੈਕ ਦੀ ਘੱਟ ਸੀ। ਅਤੇ ਬੇਟਾ ਦੂਜੀ ਗੱਲ ਇਹ ਸੀ ਕਿ ਜਿਹੜੇ ਬਰੂਡ ਲੈਕ ਇਹ ਹਾਈਲੀ ਅਸਰਟਨ ਜਿਹੜੀ ਕੁਆਲਿਟੀ ਉਹਨਾਂ ਦੀ ਵਧੀਆ ਨਹੀਂ ਸੀ। ਦੂਜਾ ਜਿਹੜੇ ਲੈਕ ਇਨਸੈਕਟ ਸੀ ਬੇਟਾ ਇਹ ਵਰਨੇਬਲ, ਇਹਨਾਂ 'ਤੇ ਜਲਦੀ ਕਿਹਦਾ ਅਟੈਕ ਹੋ ਜਾਂਦਾ ਸੀ, ਇਹਨਾਂ ਨੂੰ ਜਿਹੜੇ ਪ੍ਰੈਡੇਟਰਸ ਇਹਨਾਂ ਦੇ ਜਿਹੜੇ ਸ਼ਿਕਾਰੀ ਹੁੰਦੇ ਉਹ ਖਾ ਜਾਂਦੇ ਜਾਂ ਇਹਨਾਂ ਨੂੰ ਕੋਈ ਬਿਮਾਰੀ ਲੱਗ ਜਾਂਦੀ ਸੀ ਜਾਂ ਕੁਝ ਨੈਚੁਰਲ ਐਲੀਮੈਂਟਸ ਕਰਕੇ ਇਹ ਪ੍ਰੋਪਰ ਸਰਵਾਈਵ ਨਹੀਂ ਕਰ ਪਾਉਂਦੇ ਸੀ। ਕੌਣ? ਬਰੂਡ ਲੈਕ ਇਨਸੈਕਟਸ, ਠੀਕ ਹੈ। ਤੋ ਇਹਦੇ ਬੇਟਾ ਬਹੁਤ ਜ਼ਿਆਦਾ ਹਾਈ ਰਿਸਕ ਸੀਗੇ ਅਤੇ ਨੋ ਇੰਸ਼ੋਰੈਂਸ ਮੈਕੈਨਿਜ਼ਮ ਐਗਜ਼ਿਸਟ ਟੂ ਮਿਟੀਗੇਟ ਸੱਚ ਰਿਸਕ। ਕਹਿੰਦੇ ਜੇ ਅਸੀਂ ਇਹਨਾਂ ਦੇ ਅਟੈਕ ਨੂੰ ਰੋਕਣਾ ਚਾਹੁੰਦੇ ਸੀ ਤਾਂ ਪਰ ਸਾਡੇ ਕੋਲ ਕੋਈ ਵੀ ਪ੍ਰੋਪਰ ਸੋਲਿਊਸ਼ਨ ਨਹੀਂ ਸੀਗੇ, ਨੋ ਮਿਟੀਗੇਟਸ ਆਫ ਸੱਚ ਰਿਸਕ। ਬੇਟਾ ਫਿਰ ਇੱਕ ਪ੍ਰਧਾਨ ਸੀਗਾ ਜਿਹਨੇ ਕੰਮ ਕੀਤਾ ਇਸ ਜਿਹੜੀ ਡਾਇੰਗ ਟਰਡੀਸ਼ਨਲ, ਡਾਇੰਗ ਮਤਲਬ ਇੱਕ ਮਰਦੇ ਹੋਏ ਆਪਣੇ ਕੰਮ ਨੂੰ ਇੱਕ ਰਿਵਾਜ ਨੂੰ ਉਹਨੇ ਦੁਬਾਰਾ ਜ਼ਿੰਦਾ ਕੀਤਾ। ਉਹਨੇ ਕੀ ਕੀਤਾ, ਉਹਨੇ ਲੈਕ ਇਨਸੈਕਟ ਦੀ ਜਿਹੜਾ ਪਾਲਣ ਸੀਗਾ, ਠੀਕ ਹੈ, ਲਾਕ ਪਾਲਣ ਸੀਗਾ, ਉਹਨੂੰ ਐਨਹੈਂਸ ਕੀਤਾ, ਉਹਨੂੰ ਬੜਾਵਾ ਦਿੱਤਾ। ਉਹਨੇ ਕੀ ਕੀਤਾ, ਝਾਰਖੰਡ ਗਵਰਨਮੈਂਟ ਦੇ ਨਾਲ ਕਿਹਦੇ ਨਾਲ, ਇੰਡੀਅਨ ਲੈਕ ਰਿਸਰਚ ਇੰਸਟੀਚਿਊਟ ਰਾਂਚੀ 'ਚ ਹੈ ਪ੍ਰਧਾਨ। ਬੇਟਾ ਉਹਨੇ ਆਪਣੀ ਝਾਰਖੰਡ ਉਹਦੇ ਨਾਲ ਗਵਰਨਮੈਂਟ ਦੇ ਨਾਲ ਮਿਲ ਕੇ ਕੁਛ ਟੈਕਨੀਕਲ ਟ੍ਰੇਨਿੰਗਸ ਦਿੱਤੀਆਂ, ਮਾਡਰਨ ਟੈਕਨੀਕਸ ਲਿਆਂਦੀਆਂ, ਜਿੰਨੇ ਵੀ ਲੋਕਲ ਆਦੀਵਾਸੀ ਸੀਗੇ ਉਹਨਾਂ ਨੂੰ ਪ੍ਰਮੋਟ ਕੀਤਾ, ਉਹਨਾਂ ਨੂੰ ਟੈਕਨੋਲੋਜੀ ਦੇ ਬਾਰੇ ਕਹਿੰਦੇ ਫੈਮੀਲੀਅਰ ਕਰਾਇਆ ਟੈਕਨੋਲੋਜੀ ਦੇ ਨਾਲ। ਫਿਰ ਉਹਨਾਂ ਨੇ ਦੇਖਿਆ ਕਿ ਜਿਹੜੇ ਪੌਦੇ ਤੋਂ ਲਾਕ ਇਨਸੈਕਟ ਜਿੱਥੇ ਸਰਵਾਈਵ ਕਰਦਾ ਹੈ, ਜੇ ਉੱਥੋਂ ਨਹੀਂ ਕੁਝ ਫਾਇਦਾ ਹੁੰਦਾ, ਉਹਨਾਂ ਨੇ ਕਿਹਾ ਸੀ ਤੁਸੀਂ ਇੱਦਾਂ ਕਰੋ, ਯੂ ਕੈਨ ਟੇਕ ਅ ਨਿਊ ਹੋਸਟ, alternative host means you can the existing host plant is if not available or is of not good quality, you just shift the larva of Laccifer laca insect to the another plant। ਤੁਸੀਂ ਜਿਹੜੇ ਪੌਦੇ ਦੇ ਪਹਿਲਾਂ ਲਾਕ ਇਨਸੈਕਟ ਸਰਵਾਈਵ ਕਰਦੇ, ਜੇ ਉਹ ਨਹੀਂ ਹੈਗਾ ਅਵੇਲੇਬਲ ਤਾਂ ਤੁਸੀਂ ਨਵਾਂ ਹੋਸਟ ਲੈ ਲਓ। ਉਹਨੇ ਕਿਹੜਾ ਨਵਾਂ ਲਿਆ, ਪਲਾਸ਼। ਤੁਸੀਂ ਸੁਣਿਆ ਉਹਨੇ ਪਿੱਛੇ ਹੋਲੀ ਦੇ ਵਿੱਚ ਪਲਾਸ਼ ਦੇ ਫੁੱਲਾਂ ਦੀ ਬੜੀ ਹੁੰਦੇ ਆ, ਪਲਾਸ਼ ਟਰੀ ਲਿਆ ਔਰ ਉਹਨਾਂ ਨੇ ਕੁਸੁਮੀ ਟਰੀ ਲਿਆ, ਉਹਨਾਂ 'ਤੇ ਇਨੀਸ਼ੀਏਟ ਕੀਤਾ, ਬਹੁਤ ਵਧੀਆ ਰਿਹਾ ਔਰ ਇਹਦਾ ਝਾਰਖੰਡ ਇੰਡੀਆ 'ਚ ਸਭ ਤੋਂ ਜ਼ਿਆਦਾ ਲੀਡਿੰਗ ਪ੍ਰੋਡਿਊਸਰ ਰਿਹਾ। ਇਹਨੇ ਜ਼ਿਆਦਾ ਤੋਂ ਜ਼ਿਆਦਾ ਲਾਕ ਪ੍ਰੋਡਿਊਸ ਕੀਤਾ, ਫੋਲੋਡ ਬਾਏ ਛੱਤੀਸਗੜ੍ਹ, ਵੈਸਟ ਬੰਗਾਲ, ਮਹਾਰਾਸ਼ਟਰ ਆਫ ਇੰਡੀਆ। ਲਾਕ ਪ੍ਰੋਡਕਸ਼ਨ ਇਜ਼ ਆਲਸੋ ਫਾਊਂਡ ਇਨ ਬੰਗਲਾਦੇਸ਼, ਮਿਆਂਮਾਰ, then Laos, Vietnam and parts of China and Mexico। ਬੇਟਾ ਔਰ ਉਸ ਤੋਂ ਬਾਅਦ ਅਸੀਂ ਕੀਤਾ ਜਿਹੜੀ ਕਲਟੀਵੇਸ਼ਨ, ਫਾਰਮਰਸ ਨੇ ਜਦੋਂ ਦੇਖਿਆ ਕਿ ਅੱਛਾ ਇਸ ਤੋਂ ਇਲਾਵਾ ਇਹਨੂੰ ਕਿਸੇ ਹੋਰ ਪੌਦੇ 'ਤੇ ਲੈ ਕੇ ਜਾਈਏ, ਉੱਥੇ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕੀ ਕੀਤਾ, ਇੱਕ ਨਵੀਂ ਟੈਕਨੀਕ ਕੀਤੀ। ਕੀ ਕੀਤਾ ਕਿ ਜਿਹੜੇ ਬਰੂਡ ਲੈਕ ਸੀਗੇ, ਬਰੂਡ ਲੈਕ ਬੇਟਾ ਕਿਹਨੂੰ ਕਹਿੰਦੇ, ਮਦਰ ਨੂੰ, ਠੀਕ ਹੈ, ਜਿਹਨੇ ਹੋਰ ਨਵੇਂ ਲਾਰਵਾਜ਼ ਪ੍ਰੋਡਿਊਸ ਕਰਨੇ ਨੇ, ਠੀਕ ਹੈ। ਉਹਦੇ ਕੋਲ ਬਰੂਡ ਲੈਕ ਕੋਲ ਕੋਈ ਇਨਸੈਕਟ ਸੀਗੇ, ਉਹਨੇ ਇਨਸੈਕਟ ਤੁਹਾਨੂੰ ਪਤਾ ਹੈਚ ਹੋ ਕੇ ਕੀ ਬਣਦਾ ਹੈ, ਮੈਟਾਮੋਰਫਿਸ ਪੜ੍ਹਿਆ ਸੀ, ਲਾਰਵਾ। ਅਤੇ ਉਹ ਲਾਰਵਾ ਫਿਰ ਉਸ ਟਰੀ ਦੇ ਉੱਤੇ ਅਸੀਂ ਛੱਡਦੇ ਨੇ। ਅਸੀਂ ਕਰਨਾ ਪਹਿਲਾਂ ਮਦਰ ਨੂੰ ਨਵੇਂ ਟਰੀ ਦੇ ਉੱਤੇ ਛੱਡ ਦੇਣਾ, ਨਵੇਂ ਟਰੀ ਦੇ ਉੱਤੇ ਮਦਰ ਨੇ ਐਗ ਲੇ ਕਰਨੇ, ਐਗ ਹੈਚ ਹੋਣੇ, ਹੈਚ ਹੋ ਕੇ ਜਾਂ ਤਾਂ ਐਗ ਉੱਥੇ ਹੀ ਹੈਚ ਹੋਣਗੇ ਜਾਂ ਅਸੀਂ ਉਹਨਾਂ ਨੂੰ ਐਗ ਨੂੰ ਕੀ ਕਰਨਾ ਹੈ, ਕਿਸੇ ਦੇ ਨਾਲ ਟਾਈ ਕਰਾ ਕੇ ਉਹਨੂੰ ਨਵੇਂ ਟਰੀ 'ਤੇ ਇਨਫੈਸਟਡ ਕਰਾ ਦੇਣਾ, ਨਵੇਂ ਟਰੀ 'ਤੇ ਇੰਟਰੋਡਿਊਸ ਕਰਾ ਦੇਣਾ, ਠੀਕ ਹੈ। ਨਵੇਂ ਟਰੀ 'ਤੇ ਜਾ ਕੇ ਉਹ ਲਾਰਵਾ ਫਿਰ ਦੁਬਾਰਾ ਵੱਡੇ ਹੋਣਗੇ, ਕੋਲੋਨਾਈਜ਼ ਮਤਲਬ ਰੀਪਰੋਡਿਊਸ ਕਰਨਗੇ ਨੰਬਰ ਆਫ, ਫਿਰ ਉੱਥੇ ਉਹ ਰੇਜ਼ੀਨਸ ਪਿਗਮੈਂਟ ਕਹਿੰਦੇ ਆਪਣਾ ਸਿਕਰੀਟ ਕਰਨਗੇ, ਠੀਕ ਹੈ। ਔਰ ਬੇਟਾ ਜਿਹੜੀਆਂ ਟਾਹਣੀਆਂ ਦੇ ਨਾਲ ਉਹ ਚਿਪਕ ਕੇ ਬੇਟਾ ਓਬਵੀਅਸ ਜਿਹੜਾ ਉਹ ਲਾਕ ਪ੍ਰੋਡਿਊਸ ਕਰਨਗੇ, ਉਹ ਸਾਰੀਆਂ ਉਹਨਾਂ ਦੀ ਬ੍ਰਾਂਚਿਸ ਦੇ ਉੱਤੇ ਕੋਟਡ ਮਤਲਬ ਚਿਪਕ ਜਾਏਗਾ, ਠੀਕ ਹੈ, ਬ੍ਰਾਂਚਿਸ ਦੇ ਉੱਤੇ ਕੋਟਡ। ਅਤੇ ਹੁਣ ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਬਾਅਦ 'ਚੋਂ ਕਰਦ ਲੈ ਕੇ ਇਹਦੇ ਕੋਟਡ ਲਾਕ ਨੂੰ ਅਸੀਂ ਲਾਉਂਦੇ ਹਾਂ। ਜਿਹੜਾ ਬੇਟੇ ਟਾਹਣੀ ਦੇ ਨਾਲ ਲਾਕ ਚਿਪਕ ਜਾਂਦਾ ਉਹਨੂੰ ਅਸੀਂ ਕਹਿੰਦੇ ਸਟਿਕ ਲਾਕ, ਠੀਕ ਹੈ ਨਾ, ਅਸੀਂ ਸਟਿਕ ਲਾਕ। ਸਮਝ ਲੱਗ ਗਈ ਬੇਟਾ। ਅਸੀਂ ਕਲਟੀਵੇਸ਼ਨ ਕਿੱਦਾਂ ਕੀਤੀ, ਫਾਰਮਰ ਨੇ ਉਹਨਾਂ ਨੇ ਸਟਿਕ ਲੈਕ ਦੇ ਉੱਤੇ ਕੀ ਕੀਤਾ, ਸਟਿਕ ਲੈਕ ਦਾ ਫੈਸ਼ਨ ਚਲਾਇਆ। ਉਹਨਾਂ ਨੇ ਕੀਤਾ ਕਿ ਜਿਹੜੇ ਐਗ, ਜਿਹੜੀ ਇਨਸੈਕਟ ਕੋਲ ਮਦਰ ਜਿਹੜੀ ਸੀ, ਜਿਹਦੇ ਦੇ ਐਗ ਸੀ, ਉਹਦੇ ਐਗ ਜਦੋਂ ਹੈਚ ਹੋਏ, ਐਗ ਨੂੰ ਲੈ ਕੇ ਉਹਨੂੰ ਅਲੱਗ-ਅਲੱਗ ਟਰੀਜ਼ ਦੇ ਉੱਤੇ ਛੱਡ ਦਿੱਤਾ, ਠੀਕ ਹੈ। ਉੱਥੇ ਲਾਰਵਾ ਅਲੱਗ-ਅਲੱਗ ਟਰੀ ਦੇ ਉੱਤੇ ਜਾਂ ਟਾਈ ਕਰ ਦਿੱਤੇ ਜਾਂ ਉਹਨਾਂ ਨੂੰ ਉੱਥੇ ਛੱਡ ਦਿੱਤਾ, ਅਤੇ ਉਹ ਇਨਸੈਕਟ ਨੇ ਉੱਥੇ ਰਹਿ ਕੇ ਲਾਰਵਾ ਨੇ ਨਾਲੇ ਤਾਂ ਆਪਣਾ ਸਰਵਾਈਵ ਕੀਤਾ ਅਤੇ ਨਾਲੇ ਉੱਥੇ ਲਾਕ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੱਤਾ।
ਤੇ ਜਦੋਂ ਉਹ ਲਾਕ ਪ੍ਰੋਡਿਊਸ ਕਰਦੇ ਉਹ ਗਮ ਜੀ ਨਿਕਲਦੀ ਗਈ ਉਹ ਟਾਹਣੀਆਂ ਦੇ ਨਾਲ ਚਿਪਕ ਗਈ, ਉਹਨੂੰ ਕਹਿੰਦੇ ਸਟਿਕ ਲਾਕ। ਬੇਟਾ ਸਟਿਕ ਲਾਕ 'ਚ ਕਿਹੜੀ ਹੁੰਦੀ, ਸਾਡੇ ਏਅਰ 'ਚ ਇੰਪਿਊਰਿਟੀਜ਼ ਹੁੰਦੀਆਂ, ਇਹ ਗੰਦੀ ਹੁੰਦੀ ਲਾਕ। ਅਸੀਂ ਪ੍ਰੋਸੈਸਿੰਗ ਕਰਕੇ ਇਹਨੂੰ ਫਿਰ ਪਿਓਰ ਬਣਾਉਂਦੇ ਹਾਂ, ਜਿਹੜੀ ਪਿਓਰ ਬਣਾਉਂਦੇ ਉਹਨੂੰ ਅਸੀਂ ਸ਼ੈਲਾਕ ਕਹਿੰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਸ਼ੈਲਾਕ। ਇਹ ਸਟਿਕ ਲਾਕ ਤੋਂ ਬਾਅਦ ਸਾਡੇ ਕੋਲ ਥੋੜ੍ਹੀ ਇੰਪਿਊਰਿਟੀਜ਼ ਅਸੀਂ ਕਲੀਅਰ ਕਰਕੇ ਉਹਨੂੰ ਵਾਸ਼ ਕਰਕੇ ਉਹਨੂੰ ਕਹਿੰਦੇ ਸੀਡ ਲਾਕ। ਸੀਡ ਲਾਕ ਦੇ ਵਿੱਚ ਵੀ ਬੇਟਾ 3 ਤੋਂ 5% ਇੰਪਿਊਰਿਟੀਜ਼ ਹੁੰਦੀਆਂ। ਜਦੋਂ ਅਸੀਂ ਚੰਗੀ ਤਰ੍ਹਾਂ ਪ੍ਰੋਸੈਸ ਕਰਕੇ ਬਿਲਕੁਲ ਪਿਓਰ ਫਾਰਮ 'ਚ ਲਾਕ ਲੈ ਕੇ ਆਉਂਦੇ ਹਾਂ, ਉਹਨੂੰ ਅਸੀਂ ਕਹਿੰਦੇ ਸ਼ੈਲਾਕ। ਸ਼ੈਲ ਲਾਕ ਬੇਟਾ ਕਾਹਦੇ ਨਾਲ ਬਣਦੀ, ਇਹਨੂੰ ਹੀਟ ਟਰੀਟਮੈਂਟ ਦਿੰਦੇ ਹਾਂ ਜਾਂ ਸੋਲਵੈਂਟ ਐਕਸਟ੍ਰੈਕਸ਼ਨ ਦਿੰਦੇ ਹਾਂ। ਕਲੀਅਰ ਹੈ ਬੇਟਾ? ਕੀ ਹੈ, ਅਸੀਂ ਮਦਰ ਦੇ ਐਗ ਲੈ ਕੇ ਨਵੇਂ ਦਰਖਤ ਦੇ ਉੱਤੇ ਟੰਗ ਦੇਣੇ ਜਾਂ ਚਪਕਾ ਦੇਣੇ ਜਾਂ ਰੱਖ ਦੇਣੇ, ਉੱਥੇ ਨਵੇਂ ਲਾਰਵਾ ਨਿਕਲਣੇ, ਲਾਰਵਾ ਨੇ ਲਾਕ ਪ੍ਰੋਡਿਊਸ ਕਰਨਾ, ਉਹ ਜਿਹੜਾ ਟਾਹਣੀਆਂ ਦੇ ਨਾਲ ਚਿਪਕ ਜਾਣਾ ਉਹਨੂੰ ਅਸੀਂ ਸਟਿਕ ਲਾਕ ਕਹਿਣਾ। ਸਟਿਕ ਲਾਕ ਨੂੰ ਅਸੀਂ ਲੈ ਕੇ ਉਹਨੂੰ ਕੁੱਟਣਾ, ਉਹਨੂੰ ਛਾਨਣੀਆਂ ਦੇ ਨਾਲ ਛਾਣ ਕੇ ਉਹਦੀਆਂ ਸਾਰੀ ਗੰਦਗੀ ਕੱਢ ਕੇ ਵਾਸ਼ ਕਰਕੇ ਅਸੀਂ ਜਿਹੜਾ ਨਵਾਂ ਸਾਡੇ ਕੋਲ ਲਾਕ ਆਉਣਾ ਉਹਨੂੰ ਅਸੀਂ ਕਹਿੰਦੇ ਸੀਡ ਲਾਕ। ਸੀਡ ਲਾਕ ਵੀ ਪੂਰਾ ਪਿਓਰ ਨਹੀਂ ਹੁੰਦਾ, 3 ਤੋਂ 5% ਇੰਪਿਊਰਿਟੀਜ਼ ਹੁੰਦੀਆਂ, ਉਹਨੂੰ ਵੀ ਅਸੀਂ ਧੋ ਕੇ ਸਾਫ਼ ਕਰਕੇ the pure form of lac we get is shellac, and the processing treatment we do and is heat treatment and solvent extraction. With the help of these two methods we get a pure lac, we call it shellac. These are the some host plant in India, Thailand, China and Mexico. No need to go in deep, just you keep in mind the most common is the Miletia pinnata, is a native Indian grow in profession. The Indian tree that is we use for lac production or host tree is the Miletia pinnata. It is also having medicinal properties. Also Indian also grow as a host plant for lac insect. You must keep in mind only this single line, that is it is grown as a host plant for lac insects in India only. Then cultivation and puring of host plant same as the cultivation, मतलब लाख ਨੂੰ ਕਿੱਦਾਂ ਪ੍ਰੋਡਿਊਸ ਕਰਨਾ, puring ਮਤਲਬ ਅਸੀਂ ਬੇਟਾ ਕੁਝ ਛੋਟੀਆਂ ਛੋਟੀਆਂ ਟਾਹਣੀਆਂ ਨੂੰ ਕੱਟ ਦੇਣਾ ਤੇ ਉਹ ਵੱਡੀਆਂ ਟਾਹਣੀਆਂ ਨੂੰ ਰਹਿਣ ਦੇਣਾ, ਠੀਕ ਹੈ। ਤੇ ਬੇਟਾ ਤੁਸੀਂ ਆਮ ਲਾਰਵਾ ਨੂੰ ਐਗ ਨੂੰ ਲੈ ਕੇ ਇੱਕ ਨਵੇਂ ਹੋਸਟ ਦੇ ਉੱਤੇ ਛੱਡ ਦੇਣਾ ਜਾਂ ਲਟਕਾ ਦੇਣਾ, ਉਹਦੇ ਤੇ ਨਵੇਂ ਕਹਿੰਦੇ ਲਾਕ ਪ੍ਰੋਡਿਊਸ ਹੋਣੇ। ਲਾਕ ਪ੍ਰੋਡਿਊਸ ਤੋਂ ਬਾਅਦ ਅਸੀਂ ਕਿਹੜਾ ਸਟੈਪ ਕਰਨਾ, ਪ੍ਰਿਊਨਿੰਗ। ਪ੍ਰਿਊਨਿੰਗ 'ਚ ਅਸੀਂ ਕਰਨਾ ਕਿ ਜਿਹੜੀਆਂ 2.5 ਸੈਂਟੀਮੀਟਰ ਜਾਂ 1.2 ਸੈਂਟੀਮੀਟਰ ਡਾਇਆਮੀਟਰ ਦੀਆਂ ਬ੍ਰਾਂਚਿਸ ਨੇ, ਅਸੀਂ ਉਹਨਾਂ ਨੂੰ ਕੀ ਕਰ ਦੇਣਾ, ਲੈਸ ਦੈਨ 2.2 ਸੈਂਟੀਮੀਟਰ ਦੀਆਂ ਜਿਹੜੀਆਂ ਬ੍ਰਾਂਚਿਸ ਨੇ ਉਹਨਾਂ ਨੂੰ ਅਸੀਂ ਕੱਟ ਕਰ ਦੇਣਾ ਐਟ ਅ ਡਿਸਟੈਂਸ। ਬਟ ਬ੍ਰਾਂਚਿਸ ਮੋਰ ਦੈਨ ਜਿੰਨਾ ਦਾ ਕਹਿੰਦੇ 2.8 ਸੈਂਟੀਮੀਟਰ ਐਂਡ ਦੇਅਰ ਬੇਸ, ਮੋਰ ਦੈਨ ਦੇਅਰ ਬੇਸ, ਜਿਹੜੀਆਂ 8.3 ਸੈਂਟੀਮੀਟਰ ਤੋਂ ਜ਼ਿਆਦਾ ਨੇ, ਠੀਕ ਹੈ, ਉਹਨਾਂ ਨੂੰ ਅਸੀਂ ਰਹਿਣ ਦੇਣਾ। ਉਹਨਾਂ ਦੇ ਉੱਤੇ ਕੀ ਹੋ ਜਾਏਗਾ, ਪ੍ਰੋਪਰਲੀ ਲਾਕ ਪ੍ਰੋਡਿਊਸ ਹੋ ਜਾਏਗਾ ਔਰ ਲਾਕ ਪ੍ਰੋਡਿਊਸ ਹੋ ਕੇ ਚਿਪਕ ਜਾਏਗਾ। ਤੇ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਜਿਹੜੀਆਂ ਟਾਹਣੀਆਂ ਦੇ ਨਾਲ ਲਾਕ ਚਿਪਕ ਜਾਏ ਵੀ ਕਾਲਡ ਇਟ ਅ ਸਟਿਕ ਲਾਕ। ਕਲੀਅਰ ਹੈ? ਔਰ inoculation means beta how to introduce lac insect over a new host plant, the process by which lac insect are introduced to a new, beta ਅਸੀਂ lac insect ਨੂੰ ਨਵੇਂ ਇੱਥੋਂ ਚੁੱਕ ਕੇ ਦੂਜੇ ਪੌਦੇ 'ਤੇ ਰੱਖਣਾ, that is inoculation। ਬੇਟਾ ਇੱਕ ਤਾਂ ਨੈਚੁਰਲ ਤਰੀਕੇ ਨਾਲ ਹੋ ਜਾਂਦੀ, ਨੈਚੁਰਲ ਤਰੀਕੇ ਨਾਲ ਕੀ ਹੋ ਜਾਂਦੀ ਕਿ ਸਵਾਮਿੰਗ ਲਾਰਵਾ ਮਤਲਬ ਲਾਰਵਾ ਦਾ ਪੂਰੇ ਦਾ ਪੂਰਾ ਝੁੰਡ ਇੱਕ ਫੀਮੇਲ ਨੇ ਐਗ ਲਏ ਕੀਤੇ, ਐਗ ਹੈਚ ਹੋਏ, ਐਗ ਫਟੇ, ਉਹਨਾਂ 'ਚ ਲਾਰਵਾ ਨਿਕਲਿਆ, ਲਾਰਵਾ ਆਪਣੇ ਆਪ ਉੱਡ ਕੇ ਤੇ ਨਵੇਂ ਪਲਾਂਟ 'ਤੇ ਚਲੇ ਗਏ। ਦੈਟ ਇਜ਼ ਅ ਨੈਚੁਰਲ ਵੇ। If you want to do it artificially, you can do by this. You can look at these pictures. Just take a larva of a lac insect. Just keep it into a cool place for 2 weeks. After that, when larva start emerging, beta keep in mind. सब तो मेन चीज़ किहड़ी काम याद रखनी है, ਸਵਾਮਿੰਗ ਮਤਲਬ ਜਦੋਂ ਲਾਰਵਾ ਦਾ ਝੁੰਡ ਚੱਲਣਾ ਸ਼ੁਰੂ ਕਰਦਾ ਹੈ ਇੱਕ ਜਗ੍ਹਾ ਤੋਂ ਦੂਜੀ, ਉਸ ਤੋਂ ਪਹਿਲਾਂ ਤੁਸੀਂ 2 ਹਫ਼ਤੇ ਪਹਿਲਾਂ ਜਦੋਂ ਤੁਸੀਂ ਦੇਖਣਾ ਕਿ ਅੱਜ ਕਹਿੰਦੇ ਇਨਸੈਕਟ ਨੇ ਐਗ ਲੇ ਕਰਤੇ ਆ, ਉਹਦੇ 'ਚੋਂ ਹੈਚਿੰਗ ਹੋ ਗਈ ਹੈ, ਹੈਚਿੰਗ ਤੋਂ ਬਾਅਦ ਲਾਰਵਾ ਆ ਗਿਆ, ਲਾਰਵਾ ਨੂੰ ਉਹਦੇ ਸਵਾਮਿੰਗ ਤੋਂ ਤੁਸੀਂ 2 ਹਫ਼ਤੇ ਪਹਿਲਾਂ ਉਹਨੂੰ ਲੈ ਕੇ ਉਹਨੂੰ ਠੰਡੀ ਜਗ੍ਹਾ 'ਤੇ ਰੱਖ ਦੇਣਾ। keep it in a cool place. After cool before emerging, ਜਦੋਂ ਸਟਾਰਟ ਇਮਰਜ ਕਦੇ ਜਦੋਂ ਲਾਰਵਾ ਸਾਡਾ ਇਮਰਜ ਕਰਨਾ ਸ਼ੁਰੂ ਕਰ ਜਾਏਗਾ, ਰੀਪਰੋਡਿਊਸ ਬਾਹਰ ਨਿਕਲਣਾ ਸ਼ੁਰੂ ਹੋ ਜਾਏਗਾ, ਮੈਚਿਓਰ ਹੋਣਾ, ਅਡਲਟ ਹੋਣਾ ਸ਼ੁਰੂ ਹੋ ਜਾਏਗਾ, ਤੁਸੀਂ ਕੀ ਕਰਨਾ ਹੈ, ਉਹਨੂੰ ਉਸ ਤੋਂ ਪਹਿਲਾਂ ਸਟਿਕਸ ਆਰ ਟਾਈ ਵਿਦ ਦੀ ਹੈਲਪ ਆਫ ਸਟਿੰਗ, ਤੁਸੀਂ ਰੱਸੀ ਲੈਣੀ ਹੈ, ਉਹਦੇ ਨਾਲ ਲਾਰਵਾ ਨੂੰ ਅਲੱਗ-ਅਲੱਗ, ਚਾਹੇ ਯੂ ਕੈਨ ਆਈਦਰ ਟਾਈ ਇਟ ਵਿਦ ਲਾਈਕ ਦਿਸ, ਆਈਦਰ ਵਿਦਿਨ the 2 stems or within 2 branches,
in any way out of these three, you just put or tie the stick with the help of strings to the branches of new host। ਤੁਸੀਂ ਉਹ ਸਟਿੰਗਸ ਅਟੈਚ ਕਰਦੇ, ਸਟਿੰਗ ਦੀ ਹੈਲਪ ਨਾਲ, ਰੱਸੀ ਦੀ ਹੈਲਪ ਨਾਲ ਅਟੈਚ ਕਰਦੇ ਨੇ ਇਹ ਲਾਰਵਾ ਨੂੰ, ਠੀਕ ਹੈ। ਉਸ ਤੋਂ ਬਾਅਦ ਬੇਟਾ ਉਹਦੇ 'ਤੇ ਲਾਰਵਾ ਪ੍ਰੋਡਿਊਸ ਹੋਏਗਾ, ਲੈਕ ਪ੍ਰੋਡਿਊਸ ਕਰੇਗਾ, ਰੇਜ਼ਿਨ, ਲੈਕ ਦੇ ਨਾਲ ਸਟਿਕਸ ਸਾਰੀਆਂ ਭਰ ਜਾਣਗੀਆਂ, ਠੀਕ ਹੈ। तो बेटा मेन काम के तो याद रखना है स्वार्मिंग ऑफ लार्वा। स्वार्मिंग ऑफ लार्वा डायरैक्ट ਇਹਦੇ ਨਾਲ ਅਟੈਚ ਹੈ। ਜਿੱਦਾਂ ਹੀ ਸਵਾਰਮਿੰਗ ਲਾਰਵਾ ਦੀ ਤੁਸੀਂ ਬਿਲਕੁਲ ਐਗਜ਼ੈਕਟ 2 ਵੀਕ ਪਹਿਲਾਂ, 2 ਹਫ਼ਤੇ ਪਹਿਲਾਂ ਇਹਨਾਂ ਨੂੰ ਕੀ ਕਰ ਦੇਣਾ, ਕੂਲ ਲੈ ਕੇ ਕੂਲ ਪਲੇਸ 'ਤੇ ਰੱਖ ਕੇ ਜਿੱਦਾਂ ਹੀ ਮਰਜਿੰਗ ਦਾ ਟਾਈਮ ਆਏਗਾ ਉੱਦਾਂ ਹੀ ਤੁਸੀਂ ਸਵਾਰਮਿੰਗ ਤੋਂ ਥੋੜ੍ਹੇ ਟਾਈਮ ਪਹਿਲਾਂ ਹੀ ਉਹਨੂੰ ਫਟਾਫਟ ਟਾਈ ਕਰ ਦੇਣਾ ਪੋਸਟ ਟਰੀ ਦੇ ਨਾਲ, ठीक है। और बेटा ਉਹਦੀ ਕੁਝ ਫੋਰਕਾਸਟਿੰਗ 'ਚ ऑरेंज कलर ਦਾ ਐਗ ਹੋਏਗਾ, ਔਰ ਬੇਟਾ ਜਿਹੜਾ ਫੀਮੇਲ ਐਗ ਹੋਣਗੇ ਉਹਨਾਂ 'ਤੇ येलो स्पॉट ਹੋਏਗਾ। हार्वेस्टिंग एंड डिपिंग द मोस्ट इंपॉर्टेंट स्टेप। जो भी चीज़ तुसी लैनी बेटा, यू आर लुकिंग एट दिस डायग्राम, आप देख रहे हो, देखो बेटा सिरे थल्ले लक्कड़ की डंडी है और रैड कलर की, ठीक है। साडे कोल की है गम जी चिपकी हुई, इट इज़ अ लाक। तो बेटा देखो असी डंडी के नाल कीता सी अपना लैक इंसैक्ट ਨੂੰ ਟਾਈ ਕੀਤਾ ਸੀ। लैक इंसैक्ट ਇਹਦੇ ਤੋਂ ਸੈਪ ਲੈ ਕੇ ਤੇ ਸਰਵਾਈਵ ਕੀਤਾ। ਉਹਨੇ ਰੈੱਡ ਕਲਰ ਦਾ ਰੇਜ਼ੀਨੀਅਸ ਫਲੂਇਡ ਸਕਰੀਟ ਕੀਤਾ, ਉਹ ਸਾਰੇ ਦਾ ਸਾਰਾ ਸਟਿਕ ਦੇ ਨਾਲ ਚਿਪਕ ਗਿਆ। ਇਹਨੂੰ ਅਸੀਂ ਕਹਿੰਦੇ ਸਟਿਕ ਲੈਕ, ਠੀਕ ਹੈ। ਅਤੇ ਬੇਟਾ ਉਹ ਅਸੀਂ ਉਹਨੂੰ ਕਰਦੇ ਹਾਂ, ਅਸੀਂ ਹੁਣ ਇਹਨੂੰ ਹਾਰਵੈਸਟ ਕਰਨਾ ਹੈ। ਅਤੇ ਬੇਟਾ ਜਿਹੜੀ ਸਕ੍ਰੈਪਿੰਗ ਆਫ ਲੈਕ ਆਫਟਰ ਸਵਾਰਮਿੰਗ ਆਬਟੇਨ ਲੈਕ ਇਜ਼ ਕਾਲਡ ਫੁਨਕੀ ਲੈਕ। ਅਤੇ ਬੇਟਾ ਜਿਹੜਾ ਅਸੀਂ ਇਮੈਚਿਓਰ ਨੂੰ ਬਿਫੋਰ ਸਵਾਰਮਿੰਗ ਅਸੀਂ ਜਿਹੜਾ ਕਹਿੰਦੇ ਲਾਕ ਐਕਸਟਰੈਕਟ ਕਰੀਦਾ, ਦੈਟ ਇਜ਼ ਐਰੀ ਲੈਕ। ਔਰ ਜਿਹੜਾ ਅਸੀਂ ਆਫਟਰ ਸਵਾਰਮਿੰਗ ਕਰੀਦਾ, ਠੀਕ ਹੈ। ਸਵਾਰਮਿੰਗ ਕੀ ਹੈ, ਸਾਡੇ ਕੋਲ ਪੂਰੇ ਦੇ ਪੂਰੇ ਲਾਰਵਾ ਦਾ ਝੁੰਡ ਦਾ ਇਮਰਜ ਹੋਣਾ, ਠੀਕ ਹੈ। ਇੱਕ ਜਗ੍ਹਾ ਤੋਂ ਫੁੱਟ ਕੇ ਦੂਜੀ ਅਲੱਗ-ਅਲੱਗ ਜਗ੍ਹਾ 'ਤੇ ਖਿਲਰਨਾ। ਖਿਲਰਨ ਤੋਂ ਬਾਅਦ ਜਿਹੜਾ ਅਸੀਂ ਲੈਕ, ਜਿਹੜਾ ਅਸੀਂ ਖਿਲਰਨ ਤੋਂ ਪਹਿਲਾਂ ਹੀ ਲੈਕ ਇਕੱਠਾ ਕਰ ਲਈਏ ਉਹ ਐਰੀ ਲੈਕ। ਜਿਹੜਾ ਖਿਲਰਨ ਤੋਂ ਬਾਅਦ, ਲਾਰਵਾ ਦੇ ਖਿਲਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਲੈਕ ਪ੍ਰੋਡਿਊਸ ਹੁੰਦਾ ਇਸਕੇ ਫੁਨਕੀ ਲੈਕ ਕਹਿੰਦੇ ਆ। ਅਤੇ ਬੇਟਾ ਇਹਦੇ ਵਿੱਚ ਜਿਹੜੇ ਲਾਕ ਹੁੰਦਾ ਉਹ ਪੂਰੀ ਸਟਿਕ ਦੇ ਨਾਲ ਪੇਸਟ ਹੁੰਦਾ, ਉਹਨੂੰ ਅਸੀਂ ਸਟਿਕ ਲਾਕ ਕਹਿੰਦੇ ਹਾਂ, ਠੀਕ ਹੈ। ਫਿਰ ਇਹਨੂੰ ਜਿਹੜਾ ਵੀ ਜਿੰਨੀ ਵੀ ਲਾਕ ਜੰਮੀ ਹੋਈ ਅਸੀਂ ਇਹਨੂੰ ਨਾਈਫ ਲੈ ਕੇ ਕੜਦ ਦੀ ਹੈਲਪ ਦੇ ਨਾਲ ਸਕ੍ਰੈਪ ਕਰਕੇ ਮਤਲਬ ਛਿੱਲ ਕੇ ਲਾ ਲਈਦਾ। ਦੈਨ ਨੈਕਸਟ ਇਜ਼ ਦਾ ਪ੍ਰੋਸੈਸ ਡਿਸਕਸ ਅਬਾਊਟ ਦਿਸ, ਕਿ ਪਹਿਲਾਂ ਅਸੀਂ ਕਰਦਾ ਹੈ ਜਿਹੜਾ ਸਾਡੇ ਕੋਲ ਕੜਦ ਨਾਲ ਖੁਰਚਿਆ ਹੋਇਆ ਲਾਕ ਆਉਂਦਾ ਉਹਨੂੰ ਬੇਟਾ ਅਸੀਂ ਮਿਕਸੀ ਜਾਂ ਕਿਸੇ ਦੀ ਹੈਲਪ ਦੇ ਨਾਲ ਸਟੋਨ ਮਿਲ ਯੂ ਕੈਨ ਜੇ ਜਸਟ ਲਾਈਕ ਚੱਠੂ ਮੂੰਗਲਾ ਜਿਹਨੂੰ ਕਹਿ ਦਿੰਦੇ ਹਾਂ, ਠੀਕ ਹੈ ਨਾ। ਔਰ ਬਾਈ ਐਨੀ ਅਦਰ ਮੈਥਡ ਔਰ ਬਾਈ ਈਵਨ ਮਸ਼ੀਨ ਯੂ ਜਸਟ ਗ੍ਰਾਈਂਡ ਇਟ, ਤੁਸੀਂ ਮੇਨ ਕਹਿੰਦਾ ਗ੍ਰਾਈਂਡ ਕਰਨਾ, ਠੀਕ ਹੈ। ਔਰ ਚੱਠੂ ਮੂੰਗਲਾ ਨਹੀਂ, ਸਟੋਨ ਮਿਲ ਜਿੱਦਾਂ ਚੱਕੀ ਉਹਨੂੰ ਗ੍ਰਾਈਂਡ ਕਰਕੇ ਫਾਈਨ ਉਹਦਾ ਪਾਊਡਰ ਬਣਾ ਲਿਆ। ਉਹਨੂੰ ਪ੍ਰੋਪਰ ਤੁਸੀਂ ਵਾਸ਼ ਕਰੋਗੇ ਕੂਲ ਵਾਟਰ ਦੇ ਨਾਲ, ਉਹ 'ਚੋਂ ਡਰਟ ਸਾਰੀ ਗੰਦਗੀ ਰਿਮੂਵ ਕਰੋਗੇ। ਉਹਨੂੰ ਧੋਣ ਤੋਂ ਬਾਅਦ ਬੇਟਾ ਧੁੱਪੇ ਰੱਖ ਕੇ ਸੁਕਾਓਗੇ। ਧੁੱਪੇ ਰੱਖਣ ਦੇ ਉਹਨੂੰ ਅਸੀਂ ਕਹਾਂਗੇ ਸੀਡ ਲਾਕ, ਠੀਕ ਹੈ। ਮੈਂ ਤੁਹਾਨੂੰ ਪਹਿਲੇ ਕਿਹਾ ਸਟਿਕ ਲਾਕ ਬਣਦਾ, ਸਟਿਕ ਲਾਕ ਤੋਂ ਸੀਡ ਲਾਕ ਕੀ ਹੋ ਗਿਆ, 3 to 5% ਇੰਪਿਓਰਿਟੀਜ਼ ਹੋਣਗੀਆਂ। ਉਹਨੂੰ ਫਿਰ ਅਸੀਂ ਦੁਬਾਰਾ ਮੈਲਟ ਕਰਾਂਗੇ ਪ੍ਰੋਪਰਲੀ, ਉਹਨੂੰ ਅਸੀਂ ਉਹਦੀ ਹੀਟ ਟਰੀਟਮੈਂਟ ਜਾਂ ਸੋਲਵੈਂਟ ਟਰੀਟਮੈਂਟ ਦੇ ਨਾਲ ਉਹਦੇ ਕਲਰ ਅਤੇ ਅਦਰ ਕੈਮੀਕਲਸ ਦੇ ਨਾਲ ਉਹਨੂੰ ਐਡ ਕਰਕੇ ਅਤੇ ਅਸੀਂ ਉਹਨੂੰ ਪਿਓਰ ਫੋਰਮ 'ਚ ਲੈ ਕੇ ਆਵਾਂਗੇ। ਉਹਨੂੰ ਕੀ ਕਰਾਂਗੇ ਅਸੀਂ ਕੱਪੜੇ ਦੇ ਨਾਲ ਛਾਣ ਕੇ ਤਾਂ ਉਹਦੀ ਡਿਜ਼ਾਇਰ ਸ਼ੇਪ ਦੇ ਵਿੱਚ ਲਿਆਵਾਂਗੇ, ਉਹਨੂੰ ਅਸੀਂ ਕਹਾਂਗੇ ਸ਼ੈਲੈਕ। I think it is clear. I am speaking in Punjabi. I think it is very easy to understand you people. If again you have a problem, so then composition lac beta lac the composition क्या, it is reddish. I already told you लाल कलर ਦਾ ਹੁੰਦਾ ਹੈ। brittle means it's just you can say ਜਲਦੀ ਟੁੱਟਣ ਵਾਲਾ ਹੁੰਦਾ ਹੈ। solid ਵੀ ਹੁੰਦਾ ਹੈ। ਰਿਚ ਇਨ ਰੇਜ਼ਿਨ ਬੇਟਾ ਜਿਹੜਾ ਹੁੰਦਾ ਸਾਡੇ ਕੋਲ ਫਲੂਇਡਿਕ ਮਟੀਰੀਅਲ ਹੁੰਦਾ ਹੈ, ਉਹ ਕਿੰਨੇ ਪਰਸੈਂਟ ਹੁੰਦਾ ਹੈ, 68 to 90%। ਵੈਕਸ ਮਿਨਰਲਸ ਹੁੰਦੇ ਨੇ, ਸ਼ੂਗਰ ਡਾਈ ਲਈ ਵੀ ਯੂਜ਼ ਕੀਤਾ ਜਾਂਦਾ, ਵਾਟਰ ਵੀ ਪ੍ਰੈਜ਼ੈਂਟ ਹੁੰਦਾ ਹੈ, ਠੀਕ ਹੈ, ਕੁਛ ਅਮਾਊਂਟ ਦੇ ਵਿੱਚ। ਅਤੇ ਬੇਟਾ ਕੁਆਲਿਟੀ ਐਂਡ ਕਲਰ ਜਿਹੜਾ ਲੱਗਦਾ ਉਹ ਡਿਪੈਂਡ ਕਰਦਾ ਹੈ ਹੋਸਟ ਪਲਾਂਟ 'ਤੇ, ਕਿੰਨਾ ਵਧੀਆ ਟਰੀ ਸੀ ਜਿਹਦੇ 'ਤੇ ਉਹ ਲੈਕ ਸਰਵਾਈਵ ਹੁੰਦਾ। ਦੈਨ ਬੇਟਾ ਲਾਕ ਇਨਸੋਲੂਬਲ ਹੁੰਦਾ ਵਾਟਰ 'ਚ, ਇਸੇ ਕਰਕੇ ਅਸੀਂ ਇਹਨੂੰ ਕਿਤੇ ਵੀ ਪਾਣੀ ਦੇ ਵਿੱਚ ਵੀ ਯੂਜ਼ ਕਰ ਲੈਂਦੇ, ਪਾਣੀ ਵਾਲੀਆਂ ਚੀਜ਼ਾਂ ਦੇ ਵਿੱਚ, ਬਟ ਅਲਕੋਹਲ ਦੇ ਵਿੱਚ ਸੋਲੂਬਲ ਹੁੰਦਾ ਹੈ।
बेटा बैड कंडक्टर है हीट का, ये हीट नहीं कंडक्टर करता, फ्यूजेज ईजिली ऑन हीटिंग, जे ਅਸੀਂ ਇਹਨੂੰ ਗਰਮ ਕਰਾਂਗੇ ਜਲਦੀ ਇਹ ਕਰੇਗਾ, फ्यूज कर देगा, ठीक है, चिपक जाएगा। it has adhesive property, the most important, I most of the time I have also seen ਕਿ ਅਸੀਂ ਇਹਨਾਂ ਨੂੰ ਐਨਵੈਲਪ ਨੂੰ ਜੋੜਨ ਲਈ ਆਪਣੇ ਚਿੱਠੀਆਂ ਵਾਲੇ ਖੱਤ ਨੂੰ ਪੁਰਾਣੇ ਲੋਕ ਜੋੜਨ ਲਈ ਯੂਜ਼ ਕਰਦੇ। ਲੈਕ ਐਨੀਮੀਜ਼, ਇਟਸ ਨਾਟ ਇਨ ਯੂਰ ਸਿਲੇਬਸ ਬਟ ਯੂ ਕੀਪ ਇਨ ਵਾਟ ਕੀਪ 2-3 ਐਗਜ਼ਾਮਪਲਸ in your mind, just like rat, bats, squirrels, monkey, all these are the enemies। ਇਹਨਾਂ ਇਹ ਕੀ ਕਰਦੇ ਨੇ, the most common predator is calcite। Like enemies control, you can just you can control the attack of their enemies through large number of healthy larvae which are about to be swarm। host plant should be altered for a proper nutrition। ਤੁਸੀਂ ਆਪਣੇ ਹੋਸਟ ਪਲਾਂਟ ਨੂੰ ਵਧੀਆ ਖਾਦ ਦੇ ਸਕਦੇ ਹੋ, ਤੁਸੀਂ ਆਪਣੇ ਹੈਲਦੀ ਲਾਰਵਾ ਨੂੰ ਹੀ ਹੋਸਟ ਪਲਾਂਟ ਦੇ ਉੱਤੇ ਸਟਿਕ ਹੈਂਗ ਕਰੋ, ਬਾਕੀਆਂ ਨੂੰ ਨਾ ਕਰੋ ਜਿਹੜੇ ਜਲਦੀ ਡਿਜ਼ੀਜ਼ ਨੂੰ ਕੈਚ ਕਰ ਲੈਂਦੇ ਨੇ। So these are some common। lack enemy control, you can do it by artificially control ਕਰ ਸਕਦੇ ਹੋ ਔਰ by biologically। artificially stick lack ਨੂੰ ਤੁਸੀਂ ਬੇਟਾ ਕਨਵਰਟ ਕਰ ਸਕਦੇ ਹੋ seed lack ਤੇ, as a result the predator and parasite get killed। ਤੁਸੀਂ ਬੇਟਾ ਪਹਿਲਾਂ ਹੀ stick lack ਨੂੰ ਕਿਹਦੇ 'ਚ ਕਨਵਰਟ ਕਰ ਲਓ, seed lack ਦੇ ਵਿੱਚ, ਠੀਕ ਹੈ, ਕਿ ਜਿੰਨਾ ਕੀ ਹੋ ਸਕੇ ਜਿਹੜਾ ਸ਼ਿਕਾਰੀ ਉਹ ਸਾਡਾ ਮਰ ਜਾਏ। ਜਿਹੜੀਆਂ ਸਟਿਕ ਲਾਕ ਹੈ ਨਾ, ਤੁਸੀਂ ਉਹਨਾਂ ਨੂੰ ਟਾਈ ਕਰ ਦਿਓ ਪੱਥਰਾਂ ਦੇ ਨਾਲ ਐਂਡ immersed in rivers or ponds for about a week। ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚ ਡੁਬੋ ਕੇ ਰੱਖੋ ਹਫਤੇ ਲਈ। ਉਹਦੇ ਨਾਲ ਕੀ ਹੋਏਗਾ, ਜਿਹੜੇ ਵੀ ਉਹਦੇ ਨਾਲ ਉਹਦੇ ਸ਼ਿਕਾਰੀ ਜਾਂ ਪੈਰਾਸਾਈਟਸ ਜਿਹੜੇ ਉੱਤੇ ਅਟੈਕ ਕਰਨ ਵਾਲੇ ਉਹਨਾਂ ਚਿਪਕੇ ਹੋਣਗੇ ਉਹ ਸਾਰੇ ਮਰ ਜਾਣਗੇ। ਬਾਇਓਲੋਜੀਕਲ ਮੈਥਡ ਕੀ ਹੈ, ਤੁਸੀਂ ਹਾਈਪਰ ਪੈਰਾਸਾਈਟ ਇਨਸੈਕਟ ਵਿਚ ਆਰ ਨਾਟ ਹਾਰਮਫੁਲ ਫॉर ਲੈਕ ਕ੍ਰੌਪ, ਕੰਟਰੋਲ ਬਾय ਹਾਈਪਰ ਪੈਰਾ। ਤੁਸੀਂ ਹਾਈਪਰ ਪੈਰਾਸਾਈਟ ਇਨਸੈਕਟ ਯੂਜ਼ ਕਰ ਸਕਦੇ ਹੋ ਜਿਹੜੇ ਲਾਕ ਲਈ ਨਹੀਂ ਹਾਰਮਫੁਲ ਪਰ ਬਾਕੀ ਲਾਕ ਐਨੀਮਲਸ ਲਈ ਹਾਰਮਫੁਲ ਹੋਣਗੇ। ਅਤੇ ਬੇਟਾ ਲਾਕ ਨੂੰ ਯੂਜ਼ ਕੀਤੇ ਜਾਂਦੇ ਜਾਂਦਾ ਮੋਸਟ ਮੇਨ ਪੁਆਇੰਟਸ ਬੇਟਾ ਇਹਨੂੰ ਅਸੀਂ ਵੈਰਨਿਸ਼ਿਸ ਕਰਨ ਲਈ, ਪੇਂਟਸ ਲਈ, ਟੋਇਜ਼ ਲਈ, ਬੈਂਗਲਸ ਲਈ, ਗ੍ਰਾਮੋਫੋਨਸ, ਰਿਕਾਰਡਸ ਲਈ, ਈਵਨ ਬਟਨਸ ਆਲਸੋ ਮੇਡ ਅਪ ਆਫ ਲਾਕ। ਕੰਜ਼ਿਊਮਡ ਫॉर ਸੀਲਿੰਗ ਏਜੰਟ, ਬੇਟਾ ਚੀਜ਼ਾਂ ਨੂੰ ਸੀਲ ਕਰਨ ਲਈ, ਬਿਜਲੀ ਦੀਆਂ ਚੀਜ਼ਾਂ ਬਣਾਉਣ ਲਈ ਇਨਸੂਲੇਟਿੰਗ ਏਜੰਟ ਨੇ। ਆਲਸੋ ਫॉर ਸਿਲਵਰਿੰਗ ਦਾ ਬਲੈਕ ਆਫ ਮਿਰਰ ਐਂਡ ਫਿਲਿੰਗ ਔਰਨਾਮੈਂਟਸ, ਬੇਟਾ ਕਹਿੰਦੇ ਗਹਿਣੇ ਗੁਣੇ ਬਣਾਉਣ ਲਈ ਉਹਦੀ ਫਿਲਿੰਗ ਕਰਨ ਲਈ ਯੂਜ਼ ਕੀਤਾ ਜਾਂਦਾ। ਸਿਲਵਰਿੰਗ ਦੀ ਬੈਕ ਸ਼ੀਸ਼ੇ ਦੀ ਪਿਛਲੀ ਸਿਲਵਰ ਜਿਹੜੀ ਸਿਲਵਰਿੰਗ ਸਿਲਵਰ ਕੋਟਿੰਗ ਹੁੰਦੀ ਆ ਉਹਦੇ ਲਈ। ਬੇਟਾ ਨੇਲ ਪੋਲਿਸ਼ 'ਚ ਲਾਕ ਯੂਜ਼ ਹੁੰਦਾ ਹੈ ਡਾਈ ਲਈ, ਠੀਕ ਹੈ, ਆਰ ਬਾਈ ਪ੍ਰੋਡਕਟ ਆਫ ਲਾਕ ਇੰਡਸਟਰੀ। This is all about the today's topic. I think you got it very well. Okay.